चढ़दी कला चढ़दी कला वाला आलम आ। सानू यही गल्लां ना भुला दित्तियां गईयां सी। साडा विरसा साडा इतिहास देखो, ये जिहड़ियां सरकारां हुंदियां ना या हकूमतां हुंदियां, वो जिस तरह का समाज रचना चाहुंदियां उस तरह का, एक मिनट आ गया भाई, उस तरह दीयां पॉलिसियां घड़दियां। उस समाज नूं रचन वास्ते उन्हां दी पॉलिसी भी, उन्हां दा एजुकेशन सिस्टम भी, उन्हां दी एडमिनिस्ट्रेशन भी, उन्हां दे सारे इंस्टीट्यूट्स उस समाज नूं रचन दे लई इक्को ही लड़ी च परोए हुंदे आ। देखो तुहानूं क्यों तुहाडे विरसे तो दूर लैके जांदे आ, क्यों तुहानूं तुहाडे इतिहास तो दूर लैके जांदे आ, क्योंकि तुहाडी आइडेंटिटी आ जिहड़ी वो डिजोल्व हो जे, है ना। तुहाडी आइडेंटिटी डिजोल्व होगी तो तुसीं हौली 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 उन्हां दे सिस्टम च इनसलेवड हो जाओगे, उन्हां दे सिस्टम च एक गुलामी की तरह आ जाओगे तो तुसीं आपदे आप नूं या आपदी आइडेंटिटी नूं भुल ही जाओगे। सो ये जिहड़ा वरतारा आम तौर ते ये इकल्ले साडे देश च नहीं, जे असीं कहीए भी बहुत देशां च जिहड़ियां हकूमतां ने ये उत्थे कीता ते वो 15-20 साल लगदे आ किसे एक खास तरह की एजुकेशन या खास तरह की जनरेशन नूं चेंज करने वास्ते। 15-20 सालां च कोई जनरेशन आ जिहड़ी एक उहदे स्टूडेंट्स नूं तैयार कीता जांदा या उहदे कह लो बाशिंदिਆਂ नूं इनसलेवड कीता जांदा, उन्हां नूं गुलामी च या जिस तरह की वो तुहानूं जिंदगी जिउण लई कह रहे आ वो कीता जांदा। सो 15-20 सालां च की हाल है, सत श्री अकाल जी, सब कुछ ही ਜਿਹੜਾ ਤੁਸੀਂ ਕਹੋ ਵੀ ਅਸੀਂ ਇੱਕ ਜਿਹੜਾ ਸੱਚ ਹੁੰਦਾ ਉਹਨੂੰ ਭੁੱਲ ਜਾਂਦੇ ਆ, ਉਹ ਫੋਰਗੋਟਨ ਟਰੁੱਥ ਬਣ ਜਾਂਦਾ, ਤੇ ਜਿਹੜਾ ਝੂਠ ਹੁੰਦਾ ਝੂਠ ਦੇ ਉੱਤੇ ਤੁਸੀਂ ਜਿਉਣ ਲੱਗ ਜਾਂਦੇ ਹੋ, ਜਾਂ ਜੋ ਹਕੂਮਤਾਂ ਤੁਹਾਨੂੰ ਝੂਠ ਸਿਰਜਦੀਆਂ ਜਿਸ ਤਰ੍ਹਾਂ ਦਾ, ਕਿਉਂਕਿ ਜੋ ਉਹਨਾਂ ਦਾ ਇੱਕ ਸਮਾਜ ਬਿਲਡਿੰਗ ਦਾ ਜਾਂ ਉਹ ਬਣਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਹੁੰਦਾ, ਉਹ ਤੁਹਾਨੂੰ ਤੁਹਾਡੀ ਆਈਡੈਂਟਿਟੀ ਤੋਂ ਡਿਜ਼ੋਲਵ ਕਰਦੇ ਰਹਿੰਦੇ। ਇਹ ਬਹੁਤ ਵੱਡੀਆਂ ਸਾਜ਼ਿਸ਼ਾਂ, ਇਹਦੇ ਪਿੱਛੇ ਬਹੁਤ ਵੱਡਾ ਸਿਸਟਮ ਖੜਾ, ਇਹਦੇ ਪਿੱਛੇ ਉਹਨਾਂ ਕੋਲੇ ਰਿਸੋਰਸਿਸ ਹੁੰਦੇ ਆ, ਉਹਨਾਂ ਕੋਲੇ ਮਲਟੀ ਪੁਆਇੰਟ ਇਨਫੋਰਮੇਸ਼ਨ ਹੁੰਦੀ ਆ। ਸੋ ਅੱਜ ਜਿਹੜਾ ਅਸੀਂ ਇਹ ਕਿਸਾਨੀ ਸੰਘਰਸ਼ ਆਪਾਂ ਲੜ ਰਹੇ ਹਾਂ, ਇਹ ਐਕਚੁਅਲੀ ਕਿਸਾਨੀ ਸੰਘਰਸ਼ ਸਾਡੀ ਹੋਂਦ ਦੀ ਲੜਾਈ ਆ। ਇਸੇ ਕਰਕੇ ਆ ਕਿਉਂਕਿ ਇਹ ਪਾਲਿਸੀ ਨੂੰ ਜਿਵੇਂ ਇੰਪਲੀਮੈਂਟ ਕੀਤਾ ਨਾ 3 ਕਾਨੂੰਨਾਂ 'ਚ, ਉਹ ਪਾਲਿਸੀ ਨੂੰ ਇੰਪਲੀਮੈਂਟ ਇਸੇ ਕਰਕੇ ਕੀਤਾ। ਤੁਸੀਂ ਦੇਖੋ, ਜੇ ਅਸੀਂ ਪਹਿਲਾਂ ਕਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਆ 84 ਦੀ ਗੱਲ ਕਰਦੇ ਸੀ, ਸਤਿ ਸ਼੍ਰੀ ਅਕਾਲ ਜੀ, ਤਾਂ ਉਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਸੀ ਵੀ ਨਹੀਂ ਇਹ ਗੱਲ ਨਹੀਂ ਕਰਨੀ। ਸੰਤਾਂ ਦੀ ਗੱਲ ਕਰਦੇ ਸੀ, ਨਹੀਂ ਇਹ ਗੱਲ ਨਹੀਂ ਕਰਨੀ, ਜਾਂ ਸਾਡੇ ਸ਼ਹੀਦ ਸਿੰਘਾਂ ਦੀ ਗੱਲ ਕਰਦੇ ਸੀ, ਨਹੀਂ ਇਹ ਗੱਲ ਨਹੀਂ ਕਰਨੀ। ਦੇਖੋ ਇਹ ਤਾਂ ਭੜਕਾਊ ਗੱਲਾਂ ਕਰ ਰਹੇ ਆ, ਨਹੀਂ ਇਹ ਭੜਕਾਊ ਗੱਲਾਂ ਨਹੀਂ ਹੁੰਦੀਆਂ। ਅਸੀਂ ਆਪਦੇ ਇਤਿਹਾਸ ਤੋਂ ਦੂਰ ਨਹੀਂ ਜਾ ਸਕਦੇ। ਜਿਊਜ਼ ਆ ਜਿਹੜੇ, ਹੈ ਨਾ, ਜਾਂ ਜਿਊਜ਼ ਦੇ ਜਦੋਂ ਹੌਲੋਕਾਸਟ ਹੋਏ ਆ, ਘਰੇ ਹੋਏ ਆ, ਉਹਨਾਂ ਨੇ ਉਸ ਘੱਲੂਘਾਰਿਆਂ ਨੂੰ ਆਪਦੇ ਕਿਤਾਬਾਂ 'ਚ, ਆਪਦੇ ਸਕੂਲਾਂ 'ਚ ਸਭ ਕਿਤੇ ਪੜ੍ਹਾਇਆ। ਇਹ ਥੋੜ੍ਹੀ ਵੀ ਉਹ ਭੜਕਾ ਰਹੇ ਆ, ਭੜਕਾ ਨਹੀਂ ਰਹੇ। ਐਕਚੁਅਲੀ 'ਚ ਹੋ ਕੀ ਰਿਹਾ, ਉਹ ਇਹ ਇਸ ਕਰਕੇ ਕਰ ਰਹੇ ਆ ਵੀ ਇੱਕ ਤਾਂ ਉਹਨਾਂ ਦੇ ਬੱਚੇ ਨੂੰ ਇਹ ਪਤਾ ਹੋਵੇ ਸਾਡਾ ਇਤਿਹਾਸ ਕੀ ਆ ਤੇ ਸਾਡੀ ਹੋਂਦ ਕੀ ਆ, ਸਾਡੀ ਆਈਡੈਂਟਿਟੀ ਕੀ ਆ। ਦੂਜੀ ਗੱਲ, ਉਹਦੇ ਤੇ ਉਹ ਸਟੱਡੀ ਕਰਦੇ ਆ ਵੀ ਜੇ ਸਾਡੀ ਕੌਮ ਨਾਲ ਇਹ ਸਭ ਕੁਝ ਹੋ ਗਿਆ ਤੇ ਅਸੀਂ ਹੁਣ ਅਧਿਐਨ ਵੀ ਕਰੀਏ, ਇਹਨੂੰ ਐਨਾਲਾਈਜ਼ ਕਰੀਏ ਵੀ ਗਾਂਹ ਤੋਂ ਇਹ ਵਰਤਾਰਾ ਨਾ ਵਾਪਰੇ। ਸੋ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਦੀ ਸਾਜ਼ਿਸ਼ ਕੀ ਹੁੰਦੀ ਆ, ਸਰਕਾਰ ਨੇ ਤੁਹਾਨੂੰ ਤੁਹਾਡੇ ਇਤਿਹਾਸ ਤੋਂ ਵੀ ਦੂਰ ਲੈ ਕੇ ਜਾਣਾ, ਤੁਹਾਡੇ ਵਿਰਸੇ ਤੋਂ ਦੂਰ ਲੈ ਕੇ ਜਾਣਾ, ਤੁਹਾਡੇ ਜਿਹੜੇ ਕੁਛ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪ੍ਰੇਰਿਤ ਕਰਦੀਆਂ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਲਈ, ਉਹਨਾਂ ਤੋਂ ਦੂਰ ਲੈ ਕੇ ਜਾਣਾ। ਸੋ ਇਸ ਕਰਕੇ ਉਹਨਾਂ ਦੀ ਗੱਲ ਨਹੀਂ ਕਰਨ ਦੇਣੀ, ਆਪਦੇ ਸਿਸਟਮ 'ਚ ਲੈ ਕੇ ਤੁਹਾਡੇ ਤੇ ਪਰਚੇ ਦੇ ਦੇਣੇ, ਤੁਹਾਨੂੰ ਡਰਾ ਕੇ ਰੱਖ ਲੈਣਾ। ਸੋ ਬੜਾ ਵੱਖਰੇ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ। ਸੋ ਜਿਵੇਂ ਮੈਂ ਕਿਹਾ, ਜਿਹੜੇ ਇਨਸਲੇਵਡ ਹੋ ਜਾਂਦੇ ਆ ਨਾ, ਜਿਹੜੇ ਗੁਲਾਮ ਬਣ ਜਾਂਦੇ ਆ, ਉਹ ਫਿਰ 15-20 ਸਾਲਾਂ 'ਚ ਉਸ ਸਿਸਟਮ 'ਚ ਇਨਸਲੇਵਡ ਹੋ ਕੇ ਮੁੜ ਕੇ ਉਹ ਇਰਰਿਵਰਸਿਬਲ ਆ। ਉਹਨਾਂ ਦੀ ਪ੍ਰੋਗਰਾਮਿੰਗ ਹੀ ਉਸ ਹਿਸਾਬ ਨਾਲ ਹੋ ਜਾਂਦੀ ਹੈ ਵੀ ਉਹਨਾਂ ਨੇ ਇੱਕ ਖਾਸ ਤਰ੍ਹਾਂ ਦੀ ਸਿਚੁਏਸ਼ਨ 'ਚ ਇੱਕ ਖਾਸ ਤਰ੍ਹਾਂ ਹੀ ਐਕਟ ਕਰਨਾ, ਤੇ ਉਹਨਾਂ ਨੇ ਐਕਚੁਅਲੀ ਦੈਨ ਦੇ ਸਟਾਰਟ ਲਾਫਿੰਗ ਐਟ ਦਾ ਫੋਰਗੋਟਨ ਟਰੂਥ। ਇਹ ਜਿਹੜੀ ਸੱਚਾਈ ਆ, ਉਹਨਾਂ ਨੂੰ ਜਿਹੜਾ ਫੋਰਗੋਟਨ ਟਰੂਥ ਹੈ ਨਾ, ਉਹ ਹਾਸੋ ਹੀ ਨਾ ਲੱਗਦਾ। ਜਿਵੇਂ ਕਈ ਵਾਰੀ ਆਪਾਂ ਗੱਲਾਂ ਕਰਦੇ ਆ, ਜਿਹੜੇ ਮਾਡਰਨ ਐਜੂਕੇਸ਼ਨਿਸਟ ਆ ਜਾਂ ਇਸੇ ਸਕੂਲਸ ਜਾਂ ਕਾਲਜਸ ਯੂਨੀਵਰਸਿਟੀਜ਼ ਦੇ ਪੜ੍ਹੇ ਹੋਏ ਆ,
ਉਹਨਾਂ ਨੂੰ ਲੱਗਦਾ that ਤੁਸੀਂ ਇਹ ਗੱਲ ਕੀ ਕਰ ਰਹੇ ਹੋ, ਕਿਉਂਕਿ ਆਪਦੀ ਆਈਡੈਂਟੀਟੀ ਤੋਂ ਬਹੁਤ ਦੂਰ ਆ ਉਹ ਉਸ ਆਈਡੈਂਟੀਟੀ ਨੂੰ ਡਿਸੋਲਵ ਕਰਕੇ ਬੈਠੇ ਹੋਏ ਆ। ਐਂਡ ਇਹ ਸਾਰੀਆਂ ਗੱਲਾਂ ਸਮਝਣ ਵਾਸਤੇ ਮੇਰੇ ਖਿਆਲ 'ਚ ਸਾਨੂੰ ਡਿਸਕਸ਼ਨਸ, ਸਾਨੂੰ ਬ੍ਰੇਨਸਟੋਰਮਿੰਗ ਜਾਂ ਇੱਕ ਨਾ ਆਊਟ ਆਫ ਦਾ ਬਾਕਸ ਜਾਣਾ ਪੈਂਦਾ, ਕਿਉਂਕਿ ਮੈਂ ਵੀ ਉਹਨਾਂ ਸਕੂਲਾਂ ਕਾਲਜਿਸ 'ਚ ਹੀ ਪੜ੍ਹਿਆ। ਪਰ ਉਹ ਆਊਟ ਆਫ ਦਾ ਬਾਕਸ ਜਾ ਕੇ ਜਦੋਂ ਅਸੀਂ ਦੁਨੀਆ ਨੂੰ ਦੇਖਦੇ ਹਾਂ ਜਾਂ ਆਪਦੇ ਆਪ ਨੂੰ ਵੀ ਦੇਖਦੇ ਹਾਂ, ਕਈ ਵਾਰੀ ਫੇਰ ਤੁਹਾਨੂੰ ਸਮਝ ਆਉਂਦਾ ਵੀ ਅਸਲ ਗੱਲ ਕੀ ਆ। ਤੇ ਇੱਕ ਇਹ ਸਿਸਟਮ ਜਿਹੜਾ ਕ੍ਰੀਏਟ ਕੀਤਾ ਹੋਇਆ, ਇਹ ਸਿਸਟਮ ਕਿਸ ਢੰਗ ਨਾਲ ਸਾਨੂੰ ਇਫੈਕਟ ਕਰ ਰਿਹਾ ਔਰ ਉਸ ਸਿਸਟਮ ਦੇ ਕੌਨਸੀਕੁਐਂਸਿਸ ਕੀ ਆ ਸਾਡੀ ਪਰਸਨੈਲਿਟੀ ਤੇ, ਸਾਡੀ ਆਈਡੈਂਟਿਟੀ ਤੇ, ਕਿਸ ਤਰ੍ਹਾਂ ਦੇ ਕ੍ਰਾਈਸਿਸ ਨਾਲ ਅਸੀਂ ਡੀਲ ਕਰ ਰਹੇ ਹਾਂ। ਸੋ ਇਸੇ ਕਰਕੇ ਜੇ ਅੱਜ ਕਿਸਾਨੀ ਸੰਘਰਸ਼ 'ਚ ਆਪਾਂ ਤੇ ਐਡੀ ਵੱਡੀ ਵਿਆਪਕ ਜਿਹੜੀ ਡਾਈਵਰਸ ਪਾਰਟਿਸਿਪੇਸ਼ਨ ਹੋਈ ਆ, ਉਹ ਇਸੇ ਕਰਕੇ ਹੋਈ ਆ ਕਿਉਂਕਿ ਇਹ ਸਾਡਾ ਆਈਡੈਂਟਿਟੀ ਕ੍ਰਾਈਸਿਸ ਬਣ ਗਿਆ ਹੈ ਨਾ, ਇਹ ਸਾਡੀ ਹੋਂਦ ਦੀ ਲੜਾਈ ਬਣ ਗਈ। ਬਾਕੀ ਆਪਾਂ ਸਮੇਂ-ਸਮੇਂ ਤੋਂ ਗੱਲਾਂ ਕਰਦੇ ਰਹਾਂਗੇ। ਚੜ੍ਹਦੀ ਕਲਾ 'ਚ ਜੀ, ਤੁਸੀਂ ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਬਹੁਤ ਸਾਰਾ ਪਿਆਰ ਸਤਿਕਾਰ, ਖੁਸ਼ ਰਹੋ, ਆਬਾਦ ਰਹੋ। ਵੱਧ ਤੋਂ ਵੱਧ ਹੁਣ ਸੰਗਤ ਸਾਡੇ ਕੋਲੇ ਇੱਥੇ ਪਹੁੰਚੇ ਐਂਡ 26 ਤਰੀਕ ਨੂੰ ਆਪਣਾ ਇੱਕ ਜਿਹੜੇ ਇੱਥੇ ਰੈਲੀ ਵੀ ਆ ਤੇ ਜਿਸ ਤਰ੍ਹਾਂ ਦੇ ਇੰਸਟਰਕਸ਼ਨਸ ਦਿੱਤੇ ਜਾਂਦੇ ਆ ਕਿਸਾਨ ਯੂਨੀਅਨ ਤੋਂ, ਦੇਖਦੇ ਆ ਫਿਰ ਕਿਸ ਤਰ੍ਹਾਂ ਦੇ ਇੰਸਟਰਕਸ਼ਨ, ਸਾਂਝੇ ਇੰਸਟਰਕਸ਼ਨਸ ਆਉਂਦੇ ਆ। 15 ਤਰੀਕ ਤੋਂ ਬਾਅਦ ਸੰਘਰਸ਼ ਦਾ ਇੱਕ ਮੂਲ ਖਾਂਸਾ ਜਿਹੜਾ ਹੁਣ ਸਾਡੇ ਸਾਹਮਣੇ ਆ, ਉਹਦੇ 'ਚ ਵੀ ਤਬਦੀਲੀ ਆਉਣੀ ਆ। ਸੋ 15 ਤਰੀਕ ਤੋਂ ਬਾਅਦ ਮੈਨੂੰ ਲੱਗਦਾ ਵੀ ਸਿਚੁਏਸ਼ਨ ਆ ਜਿਹੜੀ ਉਹ ਵੀ ਬਦਲਣੀ ਆ। ਸੋ ਬੜੀ ਵੱਡੀ ਜ਼ਿੰਮੇਵਾਰੀ ਵੀ ਆ ਸਾਡੇ ਤੇ ਉਸ ਜ਼ਿੰਮੇਵਾਰੀ ਨੂੰ ਅਸੀਂ ਸੁਹਿਰਦਤਾ ਨਾਲ ਨਿਭਾਈਏ ਤੇ ਬੜੇ ਜਾਬਤੇ 'ਚ ਰਹਿ ਕੇ ਗੱਲਾਂ ਜਿਵੇਂ ਹੋਣੀਆਂ ਚਾਹੀਦੀਆਂ ਤੇ ਏਕੇ 'ਚ ਰਹਿ ਕੇ ਗੱਲਾਂ ਅਸੀਂ ਕਰੀਏ। ਬਹੁਤ ਸਾਰਾ ਪਿਆਰ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।